ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਦਿ ਗੁਰੇ ਨਮਹਿ ਜੁਗਾਦਿ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਜਿਉ ਬੁਲਾਵੈ ਤਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ। ਦੀਨ ਦੁਨੀਆ ਦੇ ਵਾਲੀ ਤਾਕਤ ਜਬਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀ ਮੁੱਖ ਰਸਨਾ ਦੀ ਪਵਿੱਤਰਤਾ ਵਾਸਤੇ ਤੇ ਸਾਹਿਬਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਾਉਣ ਵਾਸਤੇ ਗੁਰੂ ਫਤਿਹ ਦੀ ਸਾਂਝ ਪਾਓ। ਕੋਈ ਰਸਨਾ ਵਾਂਝੀ ਨਾ ਰਹੇ। ਉੱਤਰ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਫਰਮਾਨ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਭਾਗ ਨੂੰ ਸਫਲਾ ਕਰਨ ਵਾਸਤੇ ਆਪ ਸਮੂਹ ਸੰਗਤਾਂ ਨੇ ਇਹ ਸ੍ਰੇਸ਼ਟ ਉਦਮ ਪੁਰਸ਼ਾਰਥ ਕਰਨਾ ਕੀਤਾ ਤੇ ਮਹਾਂਪੁਰਖਾਂ ਦੀ ਵਰਸੀ ਦੇ ਸੰਬੰਧ ਵਿੱਚ ਦੂਰ ਦੁਰਾਡੇ ਤੋਂ ਚੱਲ ਕਰਕੇ ਸਮੂਹ ਸੰਗਤਾਂ ਇਸ ਸਮਾਗਮ ਵਿੱਚ ਲਾਹਾ ਪ੍ਰਾਪਤ ਕਰ ਰਹੀਆਂ। ਔਰ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਜਿਨ੍ਹਾਂ ਦਾ ਸੰਸਾਰ ਦੇ ਵਿੱਚ ਕੋਈ ਐਸਾ ਜਿਗਿਆਸੂ ਨਹੀਂ ਹੋਵੇਗਾ ਜੋ ਉਹਨਾਂ ਦੇ ਨਾਮ ਤੋਂ ਜਾਣੂ ਨਹੀਂ। ਇਹ ਉਹਨਾਂ ਦਾ ਨਾਮ ਕਿਉਂ ਪ੍ਰਸਿੱਧ ਹੋਇਆ? ਕਿਉਂਕਿ ਸਤਿਗੁਰਾਂ ਨੇ ਬਾਣੀ ਅੰਦਰ ਫਰਮਾਨ ਕੀਤਾ ਕਿ ਜੋ ਪਰਮਾਤਮਾ ਦੇ ਪਿਆਰੇ ਹੁੰਦੇ ਆ ਉਹ ਉਹਨਾਂ ਉੱਤੇ ਜਨਮ ਅਤੇ ਮਰਨ ਦਾ ਕੋਈ ਦੋਸ਼ ਆਇਤ ਨਹੀਂ ਹੁੰਦਾ। ਕਿਸੇ ਕਰਮਾਂ ਦੇ ਅਧੀਨ ਇਸ ਸੰਸਾਰ ਵਿੱਚ ਨਹੀਂ ਆਉਂਦੇ। ਫਿਰ ਕਿਸ ਵਾਸਤੇ ਆਉਂਦੇ ਆ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜਨਮ ਮਰਨ ਦੋਹੂ ਮੈਂ ਨਾਹੀਂ ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਲਾਏ। ਔਰ ਦੁਨੀਆ ਵਿੱਚ ਪਰਉਪਕਾਰ ਦੇ ਅਨੇਕ ਪ੍ਰਕਾਰ ਦੇ ਆ। ਕਿਸੇ ਨੂੰ ਭੁੱਖੇ ਨੂੰ ਰੋਟੀ ਦੇਣੀ ਇਹ ਵੀ ਇੱਕ ਪਰਉਪਕਾਰ ਹੈ। ਕਿਸੇ ਦਾ ਕਾਰਜ ਅੜਿਆ ਹੋਵੇ ਮਦਦ ਕਰਕੇ ਉਹਨੂੰ ਪੂਰਾ ਕਰ ਦੇਣਾ ਪਰਉਪਕਾਰ ਹੈ। ਕਿਸੇ ਨੂੰ ਕੱਪੜੇ ਲੈ ਦੇਣੇ, ਬੱਚੇ ਨੂੰ ਪੜ੍ਹਾਈ ਕਰਾ ਦੇਣੀ ਪਰਉਪਕਾਰ ਹੈ। ਪਰ ਸਭ ਤੋਂ ਵੱਡਾ ਪਰਉਪਕਾਰ ਮਹਾਂਪੁਰਖ ਕਰਨ ਵਾਸਤੇ ਆਉਂਦੇ ਆ। ਉਹ ਕੀ ਆ? ਆਪਾਂ ਸਾਰੇ ਪ੍ਰਮਾਤਮਾ ਤੋਂ ਵਿਛੜੇ ਹੋਏ ਆ ਔਰ ਸਾਡੇ ਜੀਵਨ ਦਾ ਲਕਸ਼ ਕੀ ਆ? ਭਈ ਪ੍ਰਾਪਤ ਮਾਨੁਖ ਦੀ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਬਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਤੇਰੀ ਅਵਸਰ ਇਹ ਤੇਰੀ ਵਾਰ ਘਟ ਭੀਤਰ ਤੂੰ ਦੇਖ ਵਿਚਾਰ। ਪਰ ਇਹ ਜੋ ਸਾਡੇ ਜੀਵਨ ਦਾ ਮੰਤਵ ਹੈ, ਮਕਸਦ ਹੈ, ਮਾਇਆ ਦੇ ਪ੍ਰਭਾਵ ਕਰਕੇ ਸਾਨੂੰ ਭੁੱਲ ਗਿਆ। ਪੜ੍ਹਦੇ ਹਰ ਰੋਜ਼ ਹਾਂ ਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਸਾਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ, ਜਿਹਦੇ ਪ੍ਰਥਾਏ ਗੁਰੂ ਅਰਜਨ ਦੇਵ ਜੀ ਨੇ ਫਰਮਾਨ ਕੀਤਾ ਕਿ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਹੈ ਬਿਰ ਬਿਰਖ ਜੋਇਓ। ਇਹਨਾਂ ਜੂਨਾਂ ਵਿੱਚ ਸਾਡੀਆਂ ਆਤਮਾਵਾਂ ਭਰਮਦੀਆਂ ਰਹੀਆਂ। ਫਿਰ ਪ੍ਰਮਾਤਮਾ ਨੇ ਤਰਸ ਕਰਕੇ ਸਾਨੂੰ ਮਨੁੱਖਾ ਜਨਮ ਦੀ ਦਾਤ ਦਿੱਤੀ ਹੈ
ਕਿ ਹੁਣ ਇਸ ਨੂੰ ਇੱਕ ਮੌਕਾ ਦਿੱਤਾ ਜਾਵੇ ਤਾਂ ਜੋ ਆਪਣੇ ਮੂਲ ਦੇ ਨਾਲ ਜੁੜ ਜਾਵੇ। ਸਾਡਾ ਮੂਲ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤਿ ਰੰਗ ਮਾਣ। ਬਾਬਾ ਕਬੀਰ ਜੀ ਨੂੰ ਪੁੱਛਣਾ ਕੀਤਾ ਕਿ ਆਪਾਂ ਕੌਣ ਹੈ, ਤੇ ਬਾਬਾ ਕਬੀਰ ਜੀ ਨੇ ਵੀ ਸਤਿਗੁਰਾਂ ਦੇ ਬਚਨਾਂ ਦੀ ਪ੍ਰੋੜਤਾ ਕੀਤੀ ਹੈ ਕਿ ਆਪਾਂ ਸਾਰੇ ਰਾਮ ਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨ ਮੰਸ਼। ਜਿੰਨਾ ਚਿਰ ਰਾਮ ਦੀ ਅੰਸ਼ ਰਾਮ ਦੇ ਨਾਲ ਜੁੜ ਨਹੀਂ ਜਾਂਦੀ, ਉਹਨਾਂ ਚਿਰ ਜਮ ਜਮ ਮਰੈ ਫਿਰ ਜੰਮੈ। ਬਹੁਤ ਸਜਾਏ ਪਿਆ ਦੇਸ ਲੰਮੇ ਦਾ, ਜੀਵ ਆਤਮੀ ਧਾਰਨੀ ਬਣਿਆ ਰਹਿੰਦਾ ਹੈ। ਔਰ ਇਹ ਚੇਤਾ ਕਰਾਉਣ ਵਾਸਤੇ ਸਮੇਂ-ਸਮੇਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੰਤਾਂ ਦੇ, ਮਹਾਂਪੁਰਖਾਂ ਦੇ ਰੂਪ ਵਿੱਚ ਇਸ ਸੰਸਾਰ ਦੇ ਵਿੱਚ ਉਹਨਾਂ ਪਰਉਪਕਾਰੀ ਆਤਮਾ ਨੂੰ ਭੇਜਦੇ ਹਨ, ਤਾਂ ਜੋ ਉਹ ਜਿੱਥੇ ਉਹ ਆਪ ਮਿਲੇ ਹੋਏ ਹੁੰਦੇ ਆ ਪਰਮੇਸ਼ਰ ਦੇ ਨਾਲ, ਔਰ ਦੂਜਿਆਂ ਨੂੰ ਮਿਲਣ ਵਾਸਤੇ ਪ੍ਰੇਰਨਾ ਦਿੰਦੇ ਆ ਕਿ ਭਾਈ ਤੁਸੀਂ ਵੀ ਪ੍ਰਮਾਤਮਾ ਦੇ ਨਾਲੋਂ ਵਿਛੜੇ ਹੋਏ ਹੋ। ਤੁਹਾਡੇ ਜੀਵਨ ਦਾ ਮੰਤਵ ਕੀ ਆ? ਆਪਣੇ ਮੂਲ ਦੇ ਨਾਲ, ਆਪਣੇ ਪਰਮੇਸ਼ਰ ਦੇ ਨਾਲ, ਜੋ ਜੋਤ ਸਰੂਪ ਆ ਉਹਦੇ ਨਾਲ ਮਿਲਣਾ। ਇਹ ਚੇਤਾ ਕਰਾਉਣ ਵਾਸਤੇ ਉਹ ਇਸ ਸੰਸਾਰ ਵਿੱਚ ਆਉਂਦੇ ਆ। ਔਰ ਉਹਨਾਂ ਦੀ ਮਹਿਮਾ ਪ੍ਰਥਾਏ, ਜਿਵੇਂ ਸਤਿਗੁਰਾਂ ਨੇ ਗੁਰਬਾਣੀ ਅੰਦਰ ਫਰਮਾਨ ਕੀਤਾ, ਸੰਤਨ ਕੀ ਮਹਿਮਾ ਕਬਨ ਵਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਣੇ। ਭਾਵੇਂ ਉਹ ਮੁਕਤ ਹੋ ਚੁੱਕੇ ਹੁੰਦੇ ਆ, ਪਰ ਜਿਵੇਂ ਆਪਾਂ ਇੱਕ ਸੰਸਾਰ ਵਿੱਚ ਦੇਖਦੇ ਹਾਂ, ਇੱਕ ਅਧਿਆਪਕ ਜਿਸ ਨੇ PhD ਕੀਤੀ ਹੁੰਦੀ ਆ, ਜੋ ਬੱਚਿਆਂ ਨੂੰ ਪੜ੍ਹਾਉਂਦਾ ਹੈ, ਔਰ ਬੋਰਡ ਉੱਤੇ ਆਰੰਭ ਤੋਂ ਲੈ ਕੇ ਜੋ ਟੀਚਰ ਹੁੰਦਾ ਉਹ ਊੜਾ ਐੜਾ ਜਾਂ ABC ਲਿਖਦਾ, ਭਾਵੇਂ ਉਸ ਨੂੰ ਲਿਖਣ ਦੀ ਲੋੜ ਨਹੀਂ ਹੁੰਦੀ, ਉਹ ਤਾਂ ਪੜ੍ਹਾਉਣ ਵਾਲਾ ਹੁੰਦਾ, ਪਰ ਉਹ ਪੂਰਨੇ ਵਾਹੁੰਦਾ, ਔਰ ਪੂਰਨੇ ਵਾਹ ਕੇ ਆਪ ਕਮਾਈ ਕਰਕੇ ਲੁਕਾਈ ਨੂੰ ਉਹਨਾਂ ਪੂਰਨਿਆਂ ਉੱਤੇ ਚੱਲਣ ਵਾਸਤੇ ਪ੍ਰੇਰਨਾ ਦਿੰਦਾ ਹੈ। ਔਰ ਜਿਹੜੇ ਜਗਿਆਸੂ ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲ ਕਰਕੇ ਫਿਰ ਆਪਣੀ ਮੰਜ਼ਿਲ ਉੱਤੇ ਪਹੁੰਚ ਜਾਂਦੇ ਆ, ਫਿਰ ਉਹ ਆਪਣਾ ਜੀਵਨ ਸਫਲ ਕਰ ਲੈਂਦੇ ਆ। ਮਹਾਂਪੁਰਖਾਂ ਦਾ ਕਰਮ ਹੀ ਇਹ ਹੁੰਦਾ ਹੈ, ਆਪ ਤਰੇ ਤਾਰੇਨ ਸਰਿੱਠਾ। ਸਰਿੱਠਾ ਦਾ ਭਾਵ ਸਰਿੱਠੀ। ਆਪ ਤਾਂ ਉਹ ਤਰੇ ਹੋਏ ਹੁੰਦੇ ਆ, ਉਹਨਾਂ ਨੂੰ ਇਸ ਸੰਸਾਰ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੁੰਦੀ। ਉਹ ਤਾਂ ਪੁਕਾਰ ਕੇ ਕਹਿ ਦਿੰਦੇ ਆ, ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੇ ਕਾ, ਹੁਕਮੇ ਬੁਝ ਸਮਾਵੇਂਗੇ। ਪਰਮਾਤਮਾ ਦੇ ਹੁਕਮ ਵਿੱਚ ਆਉਂਦੇ ਆ, ਮੁਰ ਆਪਣੇ ਦੇਸ਼ ਵਿੱਚ ਆਪਣੀ ਕਾਰ ਕਰਕੇ ਜਿੰਨੀ ਸੇਵਾ ਲੱਗੀ ਹੁੰਦੀ ਆ, ਔਰ ਅਨੇਕਾਂ ਨੂੰ ਪ੍ਰਭੂ ਦੇ ਨਾਲ ਜੋੜ ਕਰਕੇ ਆਪਣੇ ਘਰ ਵਿੱਚ ਮੁੜ ਦੁਬਾਰਾ ਪ੍ਰਵੇਸ਼ ਕਰ ਜਾਂਦੇ ਆ। ਔਰ ਇਸੇ ਪ੍ਰਕਾਰ ਉਹਨਾਂ ਵਿੱਚ ਕਿਹੜੀ ਸ਼ਕਤੀ ਹੁੰਦੀ ਆ ਜਿਹਦੇ ਨਾਲ ਉਹ ਸਾਨੂੰ ਟੁੱਟਿਆਂ ਹੋਇਆਂ ਜੀਵਾਂ ਨੂੰ ਪਰਮਾਤਮਾ ਪਰਮੇਸ਼ਰ ਦੇ ਨਾਲ ਜੋੜਦੇ ਆ। ਕਿਉਂਕਿ ਇੱਕੋ ਇੱਕ ਵਸੀਲਾ ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ, ਸਾਨੂੰ ਪਰਮਾਤਮਾ ਦੇ ਨਾਲ ਜੋੜਨ ਦਾ ਉਹ ਵਸੀਲਾ ਕੀ ਹੈ? ਪਰਮਾਤਮਾ ਦਾ ਨਾਮ। ਔਰ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਜਿਵੇਂ ਗੁਰਦੇਵ ਜੀ ਨੇ ਕੁਦਰਤ ਦਾ ਇੱਕ ਨੇਮ ਗੁਰੂ ਕੀ ਬਾਣੀ ਵਿੱਚ ਦਰਸਾਉਣਾ ਕੀਤਾ ਕਿ ਜਿਹਦੀ ਕੋਈ ਆਰਾਧਨਾ ਕਰਦਾ, ਸਮਾਂ ਪਾ ਕੇ ਉਹਦਾ ਹੀ ਰੂਪ ਬਣ ਜਾਂਦਾ। ਭੈ ਰਚ ਰਚੇ ਸੋ ਨਿਰਭਉ ਹੋਵੇ, ਜੈਸਾ ਸੇਵੇ ਤੈਸਾ ਹੋਵੇ। ਜਿਹਦੀ ਕੋਈ ਆਰਾਧਨਾ ਕਰਦਾ, ਸਮਾਂ ਪਾ ਕੇ ਉਹਦਾ ਹੀ ਰੂਪ ਬਣ ਜਾਂਦਾ। ਤਾਂ ਤੇ ਆਪਾਂ ਇੱਕ ਤੋਂ ਵਿਛੜੇ ਹਾਂ, ਕਿਉਂਕਿ ਗੁਰਮਤਿ ਦੇ ਮਾਰਗ ਵਿੱਚ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ। ਜਿੰਨੇ ਵੀ ਅੱਜ ਤੱਕ ਅਵਤਾਰ, ਔਲੀਏ, ਪੀਰ, ਪੈਗੰਬਰ ਆਏ ਆ, ਉਹਨਾਂ ਨੇ ਆਪਣਾ ਨਾਮ ਜਪਾਉਣਾ ਕੀਤਾ। ਔਰ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਨ ਵੀ ਕੀਤਾ ਬਚਿੱਤਰ ਨਾਟਕ ਦੇ ਵਿੱਚ
ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿਨ ਤਿਨ ਆਪਣੋ ਰਾਹ ਚਲਾਇਓ। ਪਰਮ ਪੁਰਖ ਕਿਨਹੂ ਨਾ ਪਛਾਨਾ, ਸਤਨਾਮ ਕਾਹੂ ਨਾ ਦ੍ਰਿੜਾਨਾ। ਉਸ ਸਤ ਰਹਿਣ ਵਾਲਾ ਪ੍ਰਮਾਤਮਾ ਜੋ ਕੇਵਲ ਤੇ ਕੇਵਲ ਇੱਕ ਹੈ, ਉਹਦੇ ਨਾਮ ਨੂੰ ਕਿਸੇ ਨੇ ਨਹੀਂ ਜਪਾਉਣਾ ਕੀਤਾ। ਹੁਣ ਵੀ ਆਪਾਂ ਦੇਖਦੇ ਹਾਂ, ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਦੇ। ਜਦੋਂ ਆਪਾਂ ਦੇਖਦੇ ਹਾਂ ਸੀਤਾ ਰਾਮ ਹਿੰਦੂ ਭਰਾ ਕਰਦੇ ਆ। ਸੀਤਾ ਕੌਣ ਸੀ? ਘਰ ਵਾਲੀ। ਤੇ ਰਾਮ ਕੌਣ ਸੀ? ਉਹਨਾਂ ਦੇ ਪਤੀ ਸਨ। ਰਾਧੇ ਸ਼ਾਮ ਜਾਪ ਕਰਦੇ ਆ। ਰਾਧਾ ਉਹਨਾਂ ਦੇ ਘਰ ਵਾਲੀ ਸੀ ਤੇ ਸ਼ਾਮ ਕ੍ਰਿਸ਼ਨ ਜੀ ਉਹਨਾਂ ਦੇ ਪਤੀ ਸਨ। ਪਰ ਆਪਾਂ ਕਦੀ ਗੁਰੂ ਨਾਨਕ ਪਾਤਸ਼ਾਹ ਜੀ ਦਾ, ਕਲਗੀਧਰ ਪਾਤਸ਼ਾਹ ਜੀ ਦਾ ਨਾਮ ਨਹੀਂ ਜਪਣਾ ਕੀਤਾ। ਔਰ ਗੁਰੂ ਮਹਾਰਾਜ ਜੀ ਨੇ ਇਹ ਵੀ ਕਹਿ ਦਿੱਤਾ ਬੜੀ ਬੁਲੰਦ ਆਵਾਜ਼ ਦੇ ਨਾਲ ਕਿ ਜੋ ਹਮਕੋ ਪਰਮੇਸ਼ਰ ਉਚਰ ਹੈ, ਤੇ ਸਭ ਨਰਕ ਕੁੰਡ ਮੈਂ ਪਰ ਹੈ। ਨਾਲ ਇਹ ਵੀ ਸਪਸ਼ਟਤਾ ਕੀਤੀ ਹੈ, ਕਹਿੰਦੇ ਮੋਕੋ ਦਾਸ ਤਬਨ ਕਾ ਜਾਨੋ, ਜਾਮੈ ਭੇਦ ਨਾ ਰੰਚ ਪਛਾਨੋ। ਕਹਿੰਦੇ ਮੈਂ ਪਰਮੇਸ਼ਰ ਨਹੀਂ ਗਾ, ਮੈਂ ਪਰਮੇਸ਼ਰ ਦਾ ਦਾਸ ਹਾਂ, ਪਰ ਮੇਰੇ ਵਿੱਚ ਤੇ ਪਰਮੇਸ਼ਰ ਵਿੱਚ ਭੋਰਾ ਜਿੰਨਾ ਫਰਕ ਨਹੀਂ। ਪਰ ਤੁਸੀਂ ਪਰਮੇਸ਼ਰ ਤੋਂ ਵਿਛੜੇ ਹੋ। ਪਰਮੇਸ਼ਰ ਦੇ ਨਾਲ ਜੁੜਨਾ ਤੁਹਾਡੇ ਜੀਵਨ ਦਾ ਲਕਸ਼ ਹੈ। ਇਸ ਕਰਕੇ ਤੁਸੀਂ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕਰਨੀ ਹੈ। ਔਰ ਪ੍ਰਮਾਤਮਾ ਦੇ ਕੀਰਤਨ ਨਾਮ ਬਹੁਤ ਹੈ। ਜਿਹੋ ਜਿਹਾ ਕਿਸੇ ਨੂੰ ਅਨੁਭਵ ਹੋਇਆ, ਉਹੋ ਜਿਹਾ ਉਸ ਦਾ ਨਾਮ ਪ੍ਰਮਾਤਮਾ ਦਾ ਦੇ ਦਿੱਤਾ। ਜਦੋਂ ਆਪਾਂ ਜਾਪ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਤਕਰੀਬਨ 200 ਤੋਂ ਉੱਪਰ ਗੁਰੂ ਮਹਾਰਾਜ ਜੀ ਨੇ ਕੀਰਤਨ ਨਾਮ ਪ੍ਰਮਾਤਮਾ ਦੇ ਲਿਖ ਕੇ ਉਹਨਾਂ ਨੂੰ ਨਮਸਕਾਰ ਕਰਨਾ ਕੀਤੀ ਆ। ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਭ ਤੋਂ ਵਿਸ਼ੇਸ਼ ਨਾਮ ਜਿਹੜਾ ਆ ਉਹ ਵਾਹਿਗੁਰੂ ਗੁਰਮੰਤਰ ਦੇਣਾ ਕੀਤਾ। ਜਿਵੇਂ ਆਪਾਂ ਦੇਖਦੇ ਹਾਂ, ਕੋਈ ਹਰੀ ਹਰੀ ਕਹਿੰਦਾ, ਹਰੀ ਦਾ ਭਾਵ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਜਾਂ ਪਾਪਾਂ ਨੂੰ ਹਰਨ ਵਾਲਾ। ਪਰ ਜੇ ਉਹ ਪਾਪਾਂ ਨੂੰ ਹਰਨ ਵਾਲਾ, ਕੀ ਉਹ ਦਇਆ ਕਰਨ ਵਾਲਾ ਨਹੀਂ? ਕੀ ਉਹ ਰੋਜ਼ੀ ਦੇਣ ਵਾਲਾ ਨਹੀਂ? ਕੀ ਉਹ ਇਸੇ ਪ੍ਰਕਾਰ ਬਖਸ਼ਿੰਦ ਨਹੀਂ? ਕਹਿਣ ਤੋਂ ਭਾਵ ਇੱਕ ਇੱਕ ਗੁਣ ਨੂੰ ਲੈ ਕੇ, ਜੇ ਰਾਮ ਕਹਿੰਦੇ ਆ, ਰਾਮ ਦਾ ਭਾਵ ਹੈ ਰਮਿਆ ਹੋਇਆ। ਕੀ ਉਹ ਰਮਿਆ ਹੋਇਆ ਹੈ? ਤੇ ਫਿਰ ਉਹ ਸਾਰਿਆਂ ਨੂੰ ਰੋਜ਼ੀ ਦੇਣ ਵਾਲਾ ਵੀ ਉਹੀ ਹੈ। ਤਾਂ ਤੇ ਸਾਰਿਆਂ ਨੂੰ ਪਾਲਣ ਵਾਲਾ, ਪੈਦਾ ਕਰਨ ਵਾਲਾ, ਲੈਤਾ ਕਰਨ ਵਾਲਾ ਵੀ ਉਹੀ ਹੈ। ਜਿਹਦੇ ਵਰਤਾਏ ਸਤਿਗੁਰਾਂ ਨੇ ਗੁਰਬਾਣੀ ਅੰਦਰ ਫਰਮਾਨ ਕੀਤਾ ਕਿ ਸਾਹਿਬ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ। ਉਹ ਅਬਨਾਸ਼ੀ ਪੁਰਖ ਹੈ, ਸਭ ਮੈਂ ਰਹਿ ਸਮਾਏ। ਉਹ ਤਾਂ ਆਪੇ ਮਾਰੇ ਆਪੇ ਲੇਵੇ, ਆਪੇ ਮਾਰੇ ਆਪੇ ਛੋਡੇ, ਆਪੇ ਲੇਵੇ ਦੇ। ਉਹ ਆਪ ਹੀ ਪੈਦਾ ਕਰਦਾ, ਆਪ ਹੀ ਭਰਨਾ ਕਰਦਾ, ਆਪ ਹੀ ਲੈਤਾ ਕਰਦਾ। ਔਰ ਸਭ ਤੋਂ ਵਿਸ਼ੇਸ਼ ਨਾਮ ਸਤਿਗੁਰਾਂ ਨੇ ਸਾਨੂੰ ਪ੍ਰਦਾਨ ਕੀਤਾ, ਉਹ ਕੀ ਆ? ਵਾਹਿਗੁਰੂ। ਵਾਹਿਗੁਰੂ ਦਾ ਭਾਵ ਕੀ ਆ? ਜਦੋਂ ਆਪਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਰਾਂ ਨੇ ਉਹਦੀ ਵਿਆਖਿਆ ਵਾਹਿਗੁਰੂ ਦੀ ਕਰਨਾ ਕੀਤੀ ਆ ਕਿ ਵਾਹੇ ਨਾਮ ਅਸਚਰਜ ਕੋ ਹੋਈ। ਜਿੱਥੇ ਆਪਾਂ ਕੋਈ ਚੀਜ਼ ਖਾਂਦੇ ਆ, ਕੋਈ ਇੰਨਾ ਸਵਾਦ ਆਉਂਦਾ, ਅਗਲਾ ਪੁੱਛਦਾ ਕਿ ਇਹਦਾ ਸਵਾਦ ਕੀ ਆ? ਅਗਲਾ ਕਹਿੰਦਾ ਵਾਹ ਜੀ ਵਾਹ, ਆਨੰਦ ਆ ਗਿਆ। ਇਸ ਤੋਂ ਬਾਅਦ ਤੋਂ ਉੱਪਰ ਅੱਖਰ ਕੋਈ ਨਹੀਂ ਗਾ। ਕੋਈ ਆਪਾਂ ਸੀਨਰੀ ਵੇਖਦੇ ਹਾਂ ਤਦੋਂ ਮੂੰਹ ਦੇ ਵਿੱਚੋਂ ਵਾਹ ਨਿਕਲਦਾ। ਕੋਈ ਸੰਗੀਤ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਮੂੰਹ ਦੇ ਵਿੱਚੋਂ ਆ ਮੁਹਾਰੇ ਵਾਹ ਨਿਕਲਦਾ। ਵਾਹ ਦਾ ਭਾਵ ਅਸਚਰਜ ਸਰੂਪ। ਔਰ ਵਾਹੇ ਨਾਮ ਅਸਚਰਜ ਕੋ ਹੋਈ, ਅਚਰਜ ਤੇ ਪੁਨ ਉਕਤ ਨਾ ਹੋਈ। ਅਸਚਰਜ ਸ਼ਬਦ ਤੋਂ ਅਗਾਂਹ ਹੋਰ ਕੋਈ ਸ਼ਬਦ ਹੈ ਨਹੀਂ ਦੁਨੀਆ ਵਿੱਚ। ਗੋਤਮ ਨਾਮ ਅਗਿਆਨ ਅਨਿਤ। ਗੋ ਮੈਨੇ ਆਨੇ ਅਗਿਆਨਤਾ, ਅਗਿਆਨਤਾ ਭਾਵ ਅੰਧੇਰਾ। ਔਰ ਜਿਵੇਂ ਆਪਾਂ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ, ਤਮ ਸੰਸਾਰ ਚਰਨ ਲਗ ਧਰਿਆ, ਸਭ ਨਾਨਕ ਬ੍ਰਹਮ ਪਸਾਰੋ। ਤਮ ਦਾ ਭਾਵ ਆ ਅੰਧੇਰਾ। ਇਹ ਸੰਸਾਰ ਅਗਿਆਨਤਾ ਦੇ ਅੰਧੇਰੇ ਵਿੱਚ ਫਸਿਆ ਹੋਇਆ। ਗੋਤਮ, ਗੋ ਦਾ ਭਾਵ ਕੀ ਆ? ਤਮ, ਅੰਧੇਰਾ। ਗੋਤਮ ਨਾਮ ਅਗਿਆਨ ਅਨਿਤ।
ਸਾਡੇ ਅਤੇ ਪ੍ਰਮਾਤਮਾ ਦੇ ਵਿਚਕਾਰ ਕਿਹੜਾ ਹੈ? ਅੰਧੇਰਾ ਅਗਿਆਨਤਾ ਦਾ, ਜਿਹਦੇ ਪ੍ਰਥਾਏ ਬਾਬਾ ਰਵਿਦਾਸ ਜੀ ਨੇ ਬੜਾ ਕਲੈਰੀਫਿਕੇਸ਼ਨ ਦੇਣਾ ਕੀਤੀ ਹੈ। ਔਰ ਇਹ ਭਰਮ ਕੀ ਹੈ? ਅਗਿਆਨਤਾ ਦਾ ਭਰਮ ਹੈ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਵਿਚਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਇਹ ਅੰਧੇਰਾ ਅਗਿਆਨਤਾ ਦਾ ਜਿਹੜਾ ਹੈ, ਜਿਵੇਂ ਅਗਿਆਨਤਾ ਦਾ ਅੰਧੇਰਾ ਇੱਕ ਬ੍ਰਹਮ ਹੁੰਦੇ ਹੋਏ ਸਾਨੂੰ ਜੀਵ ਬਣਾ ਕੇ ਦੁੱਖ ਭੋਗਵਾਉਂਦਾ ਹੈ, ਇਸੇ ਪ੍ਰਕਾਰ ਆਪਾਂ ਬਾਬਾ ਰਵਿਦਾਸ ਜੀ ਨੇ ਦੇਣਾ ਕੀਤਾ। ਕਹਿੰਦੇ ਜਿਵੇਂ ਇੱਕ ਰਾਜਾ ਹੈ, ਔਰ ਰਾਜੇ ਨੂੰ ਰਾਜ ਸਿੰਘਾਸਨ 'ਤੇ ਬੈਠਿਆਂ ਨੀਂਦ ਆ ਜਾਂਦੀ ਹੈ, ਸੁਪਨਾ ਆ ਗਿਆ, ਸੁਪਨੇ ਵਿੱਚ ਭਿਖਾਰੀ ਬਣ ਗਿਆ, ਪਰ ਅਸਲੀਅਤ ਵਿੱਚ ਉਹ ਰਾਜਾ ਆ। ਪਰ ਉਸ ਨੀਂਦ ਨੇ ਉਹਦੇ ਨਾਲੋਂ ਸੰਪਰਕ ਤੋੜ ਦਿੱਤਾ ਰਾਜ ਭਾਗ ਦੇ ਨਾਲੋਂ। ਫੌਜਾਂ ਦਾ ਮਾਲਕ ਹੁੰਦਾ ਹੋਇਆ, ਖਜ਼ਾਨਿਆਂ ਦਾ ਮਾਲਕ ਹੁੰਦਾ ਹੋਇਆ, ਸਾਰੀ ਪ੍ਰਜਾ ਉਹਦਾ ਹੁਕਮ ਮੰਨਦੀ ਹੈ, ਪਰ ਮੰਗਤਾ ਬਣ ਕੇ ਸੁਪਨੇ ਵਿੱਚ ਦੁੱਖ ਭੋਗ ਰਿਹਾ। ਜਦੋਂ ਉਸ ਨੂੰ ਨੀਂਦ ਤੋਂ ਉਥਾਨ ਹੁੰਦਾ ਹੈ, ਉਹ ਬੜਾ ਹੈਰਾਨ ਹੁੰਦਾ ਹੈ ਕਿ ਇਹ ਮੇਰੇ ਨਾਲ ਕੀ ਵਰਤੀ ਹੈ। ਮੈਂ ਤਾਂ ਖੁਦ ਰਾਜਾ ਸੀ ਅਤੇ ਮੈਂ ਲੋਕਾਂ ਦੇ ਘਰਾਂ ਵਿੱਚ ਫਿਟਕਾਰਾਂ ਸਹਾਰਨੀਆਂ ਕੀਤੀਆਂ, ਕੋਈ ਮੈਨੂੰ ਖੈਰ ਪਾ ਦਿੰਦਾ ਸੀ, ਕੋਈ ਮੈਨੂੰ ਲਾਹਣਤਾ ਪਾਉਂਦਾ ਸੀ। ਇਹ ਮੇਰੇ ਨਾਲ ਕੀ ਵਰਤੀ ਆ? ਪਰ ਉਹਨਾਂ ਚਿਰ ਵਰਤੀ ਆ ਜਿੰਨਾ ਚਿਰ ਉਹ ਨੀਂਦ ਵਿੱਚ ਸੀ, ਸੁਪਨੇ ਵਿੱਚ ਸੀ। ਆਪ ਜੀ ਪੁੱਛੋਗੇ ਆਪਾਂ ਬ੍ਰਹਮ ਦਾ ਰੂਪ ਹੁੰਦੇ ਹੋਏ ਕਿਉਂ ਦੁੱਖ ਭੋਗ ਰਹੇ ਹਾਂ? ਕਿਉਂਕਿ ਰਾਜੇ ਨੂੰ ਤਾਂ ਨੀਂਦ ਆ ਗਈ, ਉਸ ਨੂੰ ਸੁਪਨਾ ਆ ਗਿਆ ਅਤੇ ਉਸ ਨੇ ਸੁਪਨੇ ਵਿੱਚ ਦੁੱਖ ਭੋਗਣਾ ਕੀਤਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪ੍ਰੇਰਨਾ ਦਿੰਦੇ ਆ ਕਿ ਆ ਗੁਰੂ ਕੇ ਪਿਆਰਿਓ, ਤੁਹਾਡੇ ਵੀ ਜਿੰਨੇ ਵੀ ਕਰਮ ਇੰਦਰੇ ਆ, ਗਿਆਨ ਇੰਦਰੇ ਆ, ਇਹ ਵੀ ਸੁੱਤੇ ਪਏ ਆ। ਔਰ ਸਾਡੀ ਦ੍ਰਿਸ਼ਟੀ ਕੁਛ ਹੋਰ ਆ, ਗੁਰੂ ਦੀ ਦ੍ਰਿਸ਼ਟੀ ਕੁਛ ਹੋਰ ਆ। ਸਾਡੀ ਦ੍ਰਿਸ਼ਟੀ ਵਿੱਚ ਅਸੀਂ ਜਾਗਦੇ ਉਹਨੂੰ ਕਹਿੰਦੇ ਆ ਜੋ ਗੱਲਾਂ ਕਰਦਾ, ਜੋ ਤੁਰਦਾ ਫਿਰਦਾ, ਜੋ ਕਾਰ ਵਿਹਾਰ ਕਰਦਾ, ਜੋ ਵੇਖਦਾ, ਆਪਾਂ ਕਹਿੰਦੇ ਜਾਗਦਾ ਮਨੁੱਖ ਆ। ਪਰ ਗੁਰੂ ਦੀ ਦ੍ਰਿਸ਼ਟੀ ਵਿੱਚ ਆਪਾਂ ਸਾਰੇ ਦੇ ਸਾਰੇ ਸੁੱਤੇ ਪਏ ਹਾਂ। ਔਰ ਇਕੱਲੇ ਇਕੱਲੇ ਅੰਗ ਦਾ ਜ਼ਿਕਰ ਕਰਕੇ ਗੁਰੂ ਮਹਾਰਾਜ ਜੀ ਨੇ ਜਿਸ ਨੀਂਦ ਵਿੱਚ ਆਪਾਂ ਸੁੱਤੇ ਪਏ ਹਾਂ ਉਹਦਾ ਜ਼ਿਕਰ ਕੀਤਾ, ਕਿਉਂਕਿ ਗੱਲ ਮਹਾਂਪੁਰਖਾਂ ਦੀ ਚੱਲ ਰਹੀ ਹੈ। ਮਹਾਂਪੁਰਖ ਸਾਨੂੰ ਇਹ ਸੋਝੀ ਦਿੰਦੇ ਆ ਕਿ ਆਪਾਂ ਇਸ ਨੀਂਦ ਤੋਂ ਕਿਵੇਂ ਉਥਾਨ ਹੋਣਾ, ਇਸੇ ਨੀਂਦ ਤੋਂ ਕਿਵੇਂ ਆਪਾਂ ਜਾਗਣਾ। ਇਹ ਮਹਾਂਪੁਰਖਾਂ ਦਾ ਕਰਮ ਹੁੰਦਾ। ਉਹ ਸਾਨੂੰ ਉਸ ਜਗਾ ਕੇ ਇਸ ਮਾਇਆ ਦੀ ਘੋਰ ਨੀਂਦ ਤੋਂ ਅਤੇ ਫਿਰ ਸਾਨੂੰ ਅਸਲੀਅਤ ਤੋਂ ਜਾਣੂ ਕਰਾ ਦਿੰਦੇ ਆ ਕਿ ਇਹ ਮਨੁੱਖ ਤੂੰ ਜੀਵ ਨਹੀਂ, ਤੂੰ ਬ੍ਰਹਮ ਦਾ ਰੂਪ ਹੈ, ਤੂੰ ਪ੍ਰਮਾਤਮਾ ਦੀ ਅੰਸ਼ ਹੈ, ਤੂੰ ਜੋਤ ਸਰੂਪ ਦਾ ਰੂਪ ਹੈ। ਅਤੇ ਆਪ ਪੁੱਛੋਗੇ ਸਾਨੂੰ ਕਿਹੜੀ ਨੀਂਦ ਆਈ ਹੈ? ਗੁਰੂ ਅਰਜਨ ਦੇਵ ਜੀ ਇਕੱਲੇ ਇਕੱਲੇ ਅੰਗ ਦਾ ਜ਼ਿਕਰ ਕਰਕੇ ਫਰਮਾਨ ਕਰਦੇ ਆ, ਕਹਿੰਦੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋ ਮੀਠੇ ਸਾਧ, ਮਨ ਸੋਇਆ ਮਾਇਆ ਵਿਸਮਾਦ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤੂ ਆਪਣੀ ਲਹੈ, ਸਗਲੀ ਸਹੇਰੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਅਰਥ ਬੜੇ ਸਪਸ਼ਟ ਹੈ, ਸਮਾਂ ਬੜਾ ਥੋੜ੍ਹਾ ਹੈ। ਅੱਖਾਂ ਵੀ ਸੁੱਤੀਆਂ ਪਈਆਂ, ਕੰਨ ਵੀ ਸੁੱਤੇ ਪਏ ਆ, ਜੀਭ ਵੀ ਸੁੱਤੀ ਪਈ ਹੈ। ਮਾਇਆ ਦੀ ਘੋਰ ਨੀਂਦ ਦੇ ਵਿੱਚ, ਮਾਇਆ ਦੀ ਮਧੋਥੀ ਵਿੱਚ ਮਨ ਵੀ ਸੁੱਤਾ ਪਿਆ। ਇਹ ਸਰੀਰ ਰੂਪੀ ਘਰ ਵਿੱਚ ਕੋਈ ਵੀ ਇੰਦਰਾ ਜਾਗਦਾ ਨਹੀਂ। ਅਤੇ ਜਦੋਂ ਫਿਰ ਮਨੁੱਖ ਸੌਂ ਜਾਂਦਾ ਘਰ ਵਿੱਚ, ਅਤੇ ਫਿਰ ਕੀ ਹੁੰਦਾ? ਚੋਰ ਆ ਕੇ ਚੋਰੀ ਕਰਨ ਲੱਗ ਜਾਂਦੇ ਆ। ਅਤੇ ਫਿਰ ਸਾਡੇ ਹਿਰਦੇ ਵਿੱਚ ਇੱਕ ਅੰਮ੍ਰਿਤ ਦਾ ਖੂਹ ਹੈ। ਔਰ ਇੱਕ ਮਨੁੱਖ ਦੇ ਹਿਰਦੇ ਵਿੱਚ ਨਹੀਂ, ਸਾਰਿਆਂ ਦੇ ਹਿਰਦੇ ਵਿੱਚ ਸਤਿਗੁਰਾਂ ਨੇ ਕਿਹਾ ਇੱਕ ਅੰਮ੍ਰਿਤ ਦਾ ਖੂਹ ਹੈ। ਔਰ ਉਸ ਖੂਹ ਦੇ ਵਿੱਚੋਂ ਅੰਮ੍ਰਿਤ ਕੱਢਣਾ ਕਿਵੇਂ ਹੈ, ਉਹਦਾ ਢੰਗ ਵੀ ਦੱਸਿਆ। ਕਹਿੰਦੇ ਜਿਉਂ-ਜਿਉਂ ਤੁਸੀਂ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰੋਗੇ, ਤਿਉਂ-ਤਿਉਂ ਉਹ ਅੰਮ੍ਰਿਤ ਰੂਪੀ ਖੂਹ ਵਿੱਚੋਂ
ਤੁਸੀਂ ਅੰਮ੍ਰਿਤ ਜਲ ਪ੍ਰਾਪਤ ਕਰ ਲਵੋਗੇ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਹਾਰੀ। ਜਿਵੇਂ ਖੂਹ ਦੇ ਵਿੱਚੋਂ ਡੋਲ ਦੇ ਨਾਲ ਪਾਣੀ ਕੱਢ ਕੇ ਮਨੁੱਖ ਆਪਣੀ ਪਿਆਸ ਬੁਝਾਉਂਦਾ ਹੈ, ਇਸ਼ਨਾਨ ਕਰਦਾ ਹੈ, ਉਹਦੇ ਕੋਲੋਂ ਲਾਭ ਪ੍ਰਾਪਤ ਕਰਦਾ ਹੈ। ਤਾਂ ਤੇ ਇਸੇ ਪ੍ਰਕਾਰ ਸਾਡੇ ਹਿਰਦੇ ਵਿੱਚ ਜਿਹੜਾ ਅੰਮ੍ਰਿਤ ਦਾ ਖੂਹ ਹੈ, ਆਪਾਂ ਦੇਖਦੇ ਹਾਂ ਜਦੋਂ ਇੰਨਾ ਅਮੋਲਕ ਸਾਡੇ ਅੰਦਰ ਖਜ਼ਾਨਾ ਪਿਆ ਹੈ, ਜਿਸ ਖਜ਼ਾਨੇ ਪ੍ਰਤੀ ਸਤਿਗੁਰਾਂ ਨੇ ਸਾਨੂੰ ਸੁਚੇਤ ਕੀਤਾ ਕਿ ਤੁਹਾਡੇ ਅੰਦਰ ਰਤਨ ਜਵੇਰਾਂ ਦਾ ਖਜ਼ਾਨਾ ਭਰਿਆ, ਪਰ ਆਪਾਂ ਭਾਗਹੀਣ ਹਰ ਦੂਰੇ, ਔਰ ਬਿਨਾਂ ਭਾਗਾਂ ਤੋਂ ਅਸੀਂ ਉਸ ਨੂੰ ਪ੍ਰਾਪਤ ਨਹੀਂ ਕਰ ਰਹੇ। ਪਰ ਮਹਾਂਪੁਰਖ ਸਾਨੂੰ ਉਹ ਵਿਧੀ ਦੱਸਦੀ ਹੈ ਕਿ ਕਿਵੇਂ ਉਸ ਅੰਮ੍ਰਿਤ ਨੂੰ ਆਪਾਂ ਪ੍ਰਾਪਤ ਕਰਨਾ। ਅਤੇ ਫਿਰ ਜਦੋਂ ਮਨੁੱਖ ਸੌਂ ਜਾਂਦਾ ਫਿਰ ਘਰ ਵਿੱਚ ਲੁਟੇਰੇ ਆ ਜਾਂਦੇ ਆ, ਇਹ ਅੰਮ੍ਰਿਤ ਦਾ ਖੂਹ ਕੌਣ ਲੁੱਟ ਰਹੇ ਆ? ਕਹਿੰਦੇ ਇਸੇ ਪ੍ਰਕਾਰ ਜਦੋਂ ਮਨੁੱਖ ਦੇ ਸਾਰੇ ਇੰਦਰੇ ਸੌਂ ਜਾਂਦੇ ਆ, ਫਿਰ ਕੀ ਹੁੰਦਾ? ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤੂ ਆਪਣੀ ਲਹਿ, ਸਗਲ ਸਹੇਰੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨ ਜਾਤੀ। ਅਤੇ ਕਹਿੰਦੇ ਮੂਸਨਹਾਰ ਪੰਜ ਬਟਵਾਰੇ, ਪੰਜ ਕਾਮ ਕਰੋ ਲੋਭ ਮੋਹ ਹੰਕਾਰ, ਮੂਸਣ ਦਾ ਭਾਵ ਹੀ ਲੁੱਟ ਰਹੇ ਆ। ਸੋਨੇ ਨਗਰ ਪਰੇ ਠੱਗ ਹਾਰੇ। ਫਿਰ ਇੱਕ ਸਵਾਲ ਬਣ ਜਾਂਦਾ, ਮਨੁੱਖ ਕਹਿੰਦਾ ਮਹਾਰਾਜ ਮਾਂ ਬਾਪ ਦੇ ਮੇਰੇ ਨਾਲ ਬੜਾ ਪਿਆਰ ਕਰਦੇ ਆ, ਭੈਣ ਭਰਾ ਬੜਾ ਸਨੇਹ ਜਤਾਉਂਦੇ ਆ, ਮਿੱਤਰ ਦੋਸਤ ਬੜਾ ਨੇੜੇ ਹੋ ਕੇ ਬਹਿੰਦੇ ਆ, ਕਿ ਇਸ ਲੁੱਟੇ ਗਏ ਖਜ਼ਾਨੇ ਤੋਂ ਇਹਨਾਂ ਤੋਂ ਬਚਾ ਨਹੀਂ ਸਕਦੇ। ਅਤੇ ਸਤਿਗੁਰੂ ਕਹਿੰਦੇ ਇਨ ਤੇ ਰਾਖੇ ਬਾਪ ਨਾ ਮਾਈ, ਇਨ ਤੇ ਰਾਖੇ ਮੀਤ ਨਾ ਭਾਈ, ਦਰਬ ਸਿਆਣਪ ਨਾ ਹੋਏ ਰਹਤੇ, ਸਾਧ ਸੰਗਤ ਹੋਏ ਦੁਸ਼ਟ ਵਸ ਹੋਤੇ। ਕਹਿੰਦੇ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਇਹ ਕਾਮ ਕਰੋ ਲੋਭ ਮੋਹ ਹੰਕਾਰ ਜਿਹੜੇ ਪੰਜ ਅੰਮ੍ਰਿਤ ਲੁਟੇਨ ਸੋ ਪੰਜ ਜਨਾਂ ਦੀ ਕਾਰ ਕਰ ਰਹੇ ਆ, ਇਹ ਵਸ ਵਿੱਚ ਆ ਜਾਂਦੇ ਆ, ਫਿਰ ਤਾਂ ਇਹ ਸੇਵਕ ਬਣ ਜਾਂਦੇ ਆ। ਔਰ ਇਸੇ ਪ੍ਰਕਾਰ ਆਪਾਂ ਵਾਹਿਗੁਰੂ ਗੁਰਮੰਤਰ ਦੀ ਵਿਆਖਿਆ ਕਰ ਰਹੇ ਸਨ ਕਿ ਅਗਿਆਨ ਭਰਮ ਕਰਕੇ ਆਪਾਂ ਜੋਤ ਸਰੂਪ ਪਰਮਾਤਮਾ ਦੀ ਅੰਸ਼ ਹੁੰਦੇ ਹੋਏ ਜੀਵ ਬਣ ਕੇ ਦੁੱਖ ਭੋਗ ਰਹੇ ਹਾਂ, ਕਿਉਂਕਿ ਅਗਿਆਨਤਾ ਕਰਕੇ ਹੀ ਅਸੀਂ ਜੀਵ ਬਣੇ ਹੋਏ ਹਾਂ। ਸਤ ਚਿਤ ਆਨੰਦ ਦਾ ਸਰੂਪ ਹਾਂ। ਜਿਵੇਂ ਅੰਧੇਰੇ ਵਿੱਚ ਰੱਸਾ ਪਿਆ ਹੋਵੇ, ਕਈ ਵਾਰੀ ਮਨੁੱਖ ਉਸ ਨੂੰ ਸੱਪ ਸਮਝ ਲੈਂਦਾ, ਕੋਲੋਂ ਦੀ ਗੁਜ਼ਰਦਾ ਨਹੀਂ, ਪਰ ਜਦੋਂ ਪ੍ਰਗਟ ਚਾਨਣ ਹੋ ਜਾਂਦਾ ਉਸ ਰੱਸੇ ਨੂੰ ਚੱਕ ਲੈਂਦਾ, ਆਪਣੇ ਆਪ ਵਿੱਚ ਸ਼ਰਮਿੰਦਗੀ ਮਹਿਸੂਸ ਕਰਦਾ, ਔਰ ਮਹਿਸੂਸ ਕਰਦਾ ਕਿ ਮੇਰਾ ਭਰਮ ਦੂਰ ਹੋ ਗਿਆ, ਐਵੇਂ ਭਰਮ ਭੁਲੇਖੇ ਕਰਕੇ ਡਰਦਾ ਸਾਂ। ਇਸੇ ਪ੍ਰਕਾਰ ਜਿਹੜਾ ਗੁਰਮੰਤਰ ਦਾ ਜਾਪ ਕਰਦਾ, ਗੋਤਮ ਨਾਮ ਅਗਿਆਨ ਅਨਿਤ, ਅਗਿਆਨਤਾ ਦਾ ਅੰਧਕਾਰ ਜਿਹੜਾ ਨਾ ਰਹਿਣ ਵਾਲਾ, ਇਹ ਨਾਸ਼ ਹੋ ਸਕਦਾ। ਨਿਤ ਹੁੰਦਾ ਜਿਹੜਾ ਕਦੀ ਨਾਸ਼ ਨਾ ਹੋਵੇ, ਪਰ ਇਹ ਅਗਿਆਨਤਾ ਅੰਧਕਾਰ ਜਿਹੜਾ ਹੈ ਇਹ ਸਦਾ ਵਾਲਾ ਨਹੀਂ, ਸਦਾ ਰਹਿਣ ਵਾਲਾ ਨਹੀਂ। ਜਿਉਂ-ਜਿਉਂ ਜਗਿਆਸੂ ਮਹਾਂਪੁਰਖਾਂ ਦੀ ਸੰਗਤ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ, ਅਗਿਆਨਤਾ ਦਾ ਅੰਧਕਾਰ ਦੂਰ ਹੋ ਜਾਂਦਾ ਅਤੇ ਅਸਲੀਅਤ ਤੋਂ ਮਨੁੱਖ ਜਾਣੂ ਹੋ ਜਾਂਦਾ। ਰੂਪ ਪ੍ਰਕਾਸ਼ ਕੀਓ ਜਨ ਚਿਤ, ਰਾਰੇ ਦਾ ਅੱਖਰ ਕੀ ਹੈ? ਪ੍ਰਕਾਸ਼। ਅਗਿਆਨਤਾ ਦੇ ਅੰਧਕਾਰ ਨੂੰ ਦੂਰ ਕਰਨ ਵਾਲਾ ਜੋ ਅਸਚਰਜ ਸਰੂਪ ਹੈ, ਉਹਨੂੰ ਵਾਹਿਗੁਰੂ ਕਹਿਣਾ ਕੀਤਾ। ਤਾਂ ਤੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਕੋਈ। ਮਹਾਂਪੁਰਖਾਂ ਨੇ ਵੀ ਜਿੱਥੇ ਬੈਠ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕੀਤਾ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਲ ਸੋਇਨ ਚਵਾਰੇ, ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜਿਓ। ਆਪਾਂ ਦੇਖਦੇ ਹਾਂ ਜਿੱਥੇ ਜਿੱਥੇ ਉਹਨਾਂ ਨੇ ਨਾਮ ਜਪਿਆ, ਜਿੱਥੇ ਚਰਨ ਪਾਏ ਆ, ਉੱਥੇ ਸਰਾਵਾਂ ਬਣ ਗਈਆਂ, ਗੁਰੂ ਘਰ ਉਸਰ ਗਏ। ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ, ਜਿੱਥੇ ਜਿੱਥੇ ਵੀ ਕੋਈ ਇੰਗਲੈਂਡ ਬੈਠਾ ਹੈ, ਕੋਈ
ਕੈਨੇਡਾ ਬੈਠਾ, ਕੋਈ ਅਮਰੀਕਾ ਬੈਠਾ, ਉਹਨਾਂ ਨੂੰ ਯਾਦ ਕਰਦੇ ਹਾਂ। ਕਿਉਂ ਯਾਦ ਕਰਦੇ ਹਾਂ? ਆਪਾਂ ਉਸ ਸਮੇਂ ਦੇ ਜੋ ਰਾਜੇ, ਅਮੀਰ, ਵਜ਼ੀਰ, ਉਹਨਾਂ ਦਾ ਨਾਮ ਸ਼ਾਇਦ ਕਿਸੇ ਨੂੰ ਨਾ ਯਾਦ ਹੋਵੇ, ਪਰ ਕਿਹਨਾਂ ਨੂੰ ਯਾਦ ਕਰਦੇ ਆ? ਗੁਰੂ ਅਰਜਨ ਦੇਵ ਜੀ ਨੇ ਫਰਮਾਨ ਕੀਤਾ, ਜਿਨ੍ਹਾਂ ਨੇ ਨਾਮ ਜਪਿਆ। ਕਹਿੰਦੇ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆਦ ਦਾਮ ਕੋ ਸ਼ੀਬਰੋ ਹੋਇਓ ਲਾਖੀਣਾ, ਬੁਰਨਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੋ ਲਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਟੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਵਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਤੇ ਫਲ ਕੀ ਮਿਲਿਆ? ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਵਡਭਾਗਾ। ਇਹ ਨਾਮੀਆਂ ਦਾ ਗੱਲ ਹੈ, ਕਿਉਂਕਿ ਸੰਸਾਰ ਦੇ ਵਿੱਚ ਕੋਈ ਰਾਜੇ, ਮਹਾਰਾਜੇ, ਅਮੀਰ, ਵਜ਼ੀਰ ਜਿੰਨੇ ਵੀ ਹੋਏ ਆ, ਦਾਨੀ ਹੋਏ ਆ, ਉਹਨਾਂ ਦਾ ਨਾਮ ਕੋਈ ਨਹੀਂ ਜਾਣਦਾ। ਪਰ ਕਦੋਂ ਸਤਯੁਗ ਹੋਇਆ, ਕਦੋਂ ਦੁਆਪਰ ਹੋਇਆ, ਕਦੋਂ ਤ੍ਰੇਤਾ ਹੋਇਆ, ਕਲਯੁਗ ਚੱਲ ਰਿਹਾ, 500-700 ਸਾਲ ਪਹਿਲਾਂ ਤੋਂ ਜਿਹੜੇ ਭਗਤ ਜਨ ਹੋਏ ਆ, ਸੰਤ ਜਨ ਹੋਏ ਆ, ਉਹਨਾਂ ਨੂੰ ਆਪਾਂ ਹੁਣ ਵੀ ਯਾਦ ਕਰਦੇ ਹਾਂ। ਅਤੇ ਜਦ ਤੱਕ ਸੰਸਾਰ ਰਹਿਣਾ, ਤਦੋਂ ਤੱਕ ਉਹਨਾਂ ਦੀਆਂ ਯਾਦਾਂ ਆਪਾਂ ਮਨਾਉਂਦੇ ਰਹਿਣਾ। ਕਾਰਨ ਕੀ ਹੈ? ਕਿਉਂਕਿ ਸੰਸਾਰ ਵਿੱਚ ਦੋ ਹੀ ਚੀਜ਼ਾਂ ਥਿਰ ਹਨ। ਇੱਕ ਪ੍ਰਮਾਤਮਾ ਥਿਰ ਹੈ, ਜੋ ਉਹਦੀ ਬੰਦਗੀ ਕਰਦਾ ਉਹ ਵੀ ਥਿਰ ਰਹਿ ਜਾਂਦਾ। ਥਿਰ ਪਾਰ ਬ੍ਰਹਮ ਪਰਮੇਸ਼ਰੋ, ਸੇਵਕ ਥਿਰ ਹੋਸੀ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਗੇ ਜਗਤ ਮੈਂ ਕਿਨ ਜਪਿਓ ਗੁਰਮੰਤ। ਕੋਈ ਬਿਰਲਾ ਭਾਗਾਂ ਵਾਲਾ ਹੀ ਆ। ਤਾਂ ਤੇ ਆਪਾਂ ਦੇਖਦੇ ਸ਼੍ਰੀਮਾਨ ਸੰਤ ਬਾਬਾ ਬ੍ਰਹਮ ਗਿਆਨੀ ਰਾਜਾ ਜੋਗੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਸ ਸਮੇਂ ਕਿੰਨੀ ਕੁ ਲੁਕਾਈ ਹੋ ਕੇ ਚਲੇ ਗਈ ਆ, ਔਰ ਕਈ ਉਹਨਾਂ ਵਰਗੇ ਭੇਖ ਧਾਰ ਕੇ ਵੀ ਇਸ ਸੰਸਾਰ ਤੋਂ ਤੁਰ ਗਏ ਆ। ਔਰ ਮੈਂ ਬੇਨਤੀ ਕਰ ਦੇਵਾਂ, ਭੇਖ ਦਾ ਨਾਮ ਸੰਤ ਨਹੀਂ। ਕਿਸੇ ਨੇ ਲੰਬਾ ਚੌੜਾ ਪਾ ਲਿਆ, ਗੋਲ ਪੱਗ ਬੰਨ੍ਹ ਲਈ, ਸਾਡੇ ਵਰਗੇ ਕੱਪੜੇ ਪਾ ਲਏ, ਉਹਨਾਂ ਨੂੰ ਸੰਤ ਨਹੀਂ ਕਿਹਾ ਜਾਂਦਾ। ਸੰਤ ਇੱਕ ਆਤਮਿਕ ਉੱਚਤਾ ਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਨ ਕੀਤਾ, ਸੰਤ ਕੌਣ ਹੈ? ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਸਵਾਸ ਪ੍ਰਮਾਤਮਾ ਦਾ ਨਾਮ ਭੁੱਲਦਾ ਨਹੀਂ, ਉਹ ਸੰਤ ਹੈ। ਅਤੇ ਸੰਤ ਵਿੱਚ ਅਤੇ ਅਨੰਤ ਪ੍ਰਮਾਤਮਾ ਵਿੱਚ ਭੋਰਾ ਜਿੰਨਾ ਫਰਕ ਨਹੀਂ ਹੁੰਦਾ। ਭਗਤ ਰਵਿਦਾਸ ਜੀ ਦਾ ਫਰਮਾਨ ਹੈ, ਸੰਤ ਅਨੰਤ ਹੈ ਅੰਤਰ ਨਾਹੀਂ। ਔਰ ਉਹਨਾਂ ਦਾ ਬੋਲਿਆ ਹੋਇਆ ਪ੍ਰਮਾਤਮਾ ਵਸਦਾ ਕਿੱਥੇ ਹੈ? ਪ੍ਰਭ ਜੀ ਵਸੇ ਸਾਧ ਕੀ ਰਸਨਾ, ਉਹਨਾਂ ਦੀ ਰਸਨਾ ਉੱਤੇ ਪ੍ਰਮਾਤਮਾ ਵਸਦਾ। ਸੁਤੇ ਸਿੱਧ ਜੋ ਉਹ ਵਚਨ ਕਹਿ ਦਿੰਦੇ ਆ, ਉਹ ਸਤ ਹੋ ਜਾਂਦਾ। ਅੰਡ ਬਨਾਸੀ ਜੇਰ ਬਨਾਸੀ ਉਤਪੁਜ ਸੇਤ ਬਨਾਦਾ, ਧਰਨ ਗਗਨ ਨਵਖੰਡ ਜਾਏਗੋ ਇੱਕ ਸਾਧ ਵਚਨ ਨੇ ਚਲਾਦਾ। ਪਰਮਾਤਮਾ ਦੇ ਪਿਆਰਿਆਂ ਦਾ ਕੀਤਾ ਹੋਇਆ ਜਿਹੜਾ ਵਚਨ ਹੈ, ਉਹ ਕਦੀ ਜਾਇਆ ਨਹੀਂ ਜਾਂਦਾ, ਉਹ ਸਤ ਹੋ ਜਾਂਦਾ। ਔਰ ਉਹ ਪਰਮਾਤਮਾ ਨੂੰ ਵੀ ਮੰਨਣਾ ਪੈਂਦਾ। ਜਿਵੇਂ ਸਤਿਗੁਰਾਂ ਨੇ ਬਾਣੀ ਵਿੱਚ ਫਰਮਾਨ ਕੀਤਾ, ਮੇਰੀ ਬਾਂਦੀ ਭਗਤ ਛੁਡਾਵੈ, ਬਾਂਦੀ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਹ ਕੋ ਗਹਿ ਬਾਂਧੇ, ਤੋ ਫੁਨ ਮੋਹ ਪੈ ਜਵਾਬ ਨਾ ਹੋਏ। ਅਨੇਕਾਂ ਸਾਖੀਆਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਗੋਂਦਾ ਜੀ ਔਰ ਕਾਬਲ ਦੀ ਨਦੀ ਵਿੱਚ ਬੈਠੇ ਆ, ਇਸ਼ਨਾਨ ਕਰਕੇ ਧਿਆਨ ਵਿੱਚ ਸਤਿਗੁਰਾਂ ਦੇ ਚਰਨ ਫੜ ਲਏ। ਕਈ ਘੰਟੇ ਸਤਿਗੁਰੂ ਸਿੰਘਾਸਨ 'ਤੇ ਬੈਠੇ ਰਹੇ। ਲਾਂਗਰੀ ਸਿੰਘ ਨੇ ਆਪੇ ਆਵਾਜ਼ਾਂ ਮਾਰੀਆਂ, ਪਰ ਗੁਰੂ ਮਹਾਰਾਜ ਉੱਠੇ ਨਹੀਂ। ਜਦੋਂ ਫਿਰ ਭਾਈ ਗੋਂਦਾ ਜੀ ਨੇ ਚਰਨ ਛੱਡੇ ਆ, ਤਦੋਂ ਸਤਿਗੁਰੂ ਜੀ ਉੱਠ ਕੇ ਲੰਗਰ ਵਿੱਚ ਜਾ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ। ਪੁੱਛਿਆ, ਪਾਤਸ਼ਾਹ ਇੰਨਾ ਸਮਾਂ ਕਿਉਂ ਲਾ ਦਿੱਤਾ? ਕਹਿਣ ਲੱਗਾ, ਭਾਈ ਗੋਂਦਾ ਜੀ ਨੇ ਕਾਬਲ ਵਿੱਚ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਸਾਡੇ ਚਰਨਾਂ ਨੂੰ ਐਸਾ ਪਿਆਰ ਦੇ ਨਾਲ ਜੱਫਾ ਮਾਰਿਆ, ਜਦੋਂ ਆਪਾਂ ਚਰਨ ਖਿੱਚਦੇ ਸੀ ਉਹਦਾ ਤਰਾਹ ਨਿਕਲਦਾ ਸੀ। ਇਸ ਕਰਕੇ ਉਹਦਾ ਪਿਆਰ ਕਰਕੇ ਅਸੀਂ ਸੰਗਤ ਨੂੰ ਪ੍ਰਸ਼ਾਦਾ ਛਕਣ ਲਈ ਦੇਰ ਕਰ ਦਿੱਤੀ, ਆਪ ਵੀ ਪ੍ਰਸ਼ਾਦਾ ਛਕਣ ਲਈ ਦੇਰ ਕਰ ਦਿੱਤੀ ਹੈ।
ਪਰ ਉਹਦੇ ਪਿਆਰ ਵਿੱਚ ਭੰਗ ਨਹੀਂ ਪੈਣ ਦਿੱਤਾ। ਇਸੇ ਪ੍ਰਕਾਰ ਜੋ ਪਿਆਰੇ ਪ੍ਰਮਾਤਮਾ ਦੇ ਤੋਂ ਰਸਾਏ ਹੋਏ ਹੁੰਦੇ ਆ, ਇਸ ਸੰਸਾਰ ਵਿੱਚ ਪ੍ਰਮਾਤਮਾ ਦੇ ਨਾਲ ਜੋੜਨ ਵਾਸਤੇ ਆਏ। ਉਹਨਾਂ ਨੇ ਆਪਣੇ ਜੀਵਨ ਵਿੱਚ ਸ਼੍ਰੀਮਾਨ ਰਾਜਾ ਜੋਗੀ ਬਾਬਾ ਈਸ਼ਰ ਸਿੰਘ ਜੀ ਬ੍ਰਹਮ ਗਿਆਨੀ ਮਹਾਰਾਜ ਜੀ ਨੇ ਪਤਾ ਨਹੀਂ ਕਿੰਨੀਆਂ ਭੁੱਲੀਆਂ ਭਟਕੀਆਂ ਪਰਮੇਸ਼ਰ ਤੋਂ ਦੂਰ ਹੋ ਚੁੱਕੀਆਂ ਆਤਮਾਵਾਂ ਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਕਰਕੇ ਜੀ ਦਾਨ ਦੇ ਭਗਤੀ ਲਾਇਨ ਹਰਸੋਂ ਮਲੈਨ ਮਲਾਏ ਦੀ ਕਾਰ ਕਰਕੇ ਤੇ ਜਿੱਥੇ ਆਪਣੇ ਦੇਸ਼ ਵਿੱਚ ਗਏ ਆ ਉੱਥੇ ਆਪ ਸੰਗਤਾਂ ਉਹਨਾਂ ਦੀ ਹਮੇਸ਼ਾ ਯਾਦ ਤਾਜ਼ਾ ਕਰਕੇ ਉਹਨਾਂ ਦੇ ਜੀਵਨ ਤੋਂ ਸੇਧ ਲੈਂਦੇ ਆ। ਔਰ ਇਹ ਖਰਚ ਕੀਤਾ, ਇਹ ਸਮਾਗਮ ਰਚਨੇ ਤਾਦੀ ਸਫਲੇ ਹਨ। ਜੇ ਆਪਾਂ ਮਹਾਂਪੁਰਖਾਂ ਦੇ ਜੀਵਨ ਤੋਂ ਕੋਈ ਨਾ ਕੋਈ ਸੇਧ ਲੈ ਕੇ ਜੋ ਇੱਥੇ ਗੁਰਮਤਿ ਚਾਰਾਂ ਹੋਈਆਂ ਜਾਂ ਹੋਣੀਆਂ, ਜਿਵੇਂ ਭਾਈ ਸਾਹਿਬ ਸਿੰਘ ਜੀ ਵੈਨਕੂਵਰ ਵਾਲੇ ਬੜੇ ਗੁਣੀ ਗਿਆਨੀ ਆ ਔਰ ਕਰਨੀ ਵਾਲੇ ਆ, ਔਰ ਕਥਨੀ ਕਰਨ ਦਾ ਕਥਨੀ ਨਹੀਂ, ਆਪਣੇ ਜੀਵਨ ਵਿੱਚ ਉਹਨਾਂ ਨੇ ਜੀਵਨ ਨੂੰ ਕਮਾਇਆ ਹੰਢਾਇਆ, ਸਾਧੂਆਂ ਦੀ ਸੰਗਤ ਕੀਤੀ ਹੈ। ਉਹਨਾਂ ਦੇ ਬਚਨ ਵੀ ਆਪਾਂ ਨੇ ਸਰਵਣ ਕਰਨੇ ਆ। ਇਹ ਸਮਾਗਮ ਰਚਨੇ ਤਾਦੀ ਸਫਲ ਹੈ ਜੇ ਆਪਾਂ ਇੱਥੋਂ ਕੋਈ ਨਾ ਕੋਈ ਇੱਕ ਅੱਧ ਔਗਣ ਛੱਡ ਕੇ ਜਾਈਏ, ਕੋਈ ਗੁਣਾਂ ਵਾਲੀ ਗੱਲ ਗ੍ਰਹਿਣ ਕਰਕੇ ਜਾਈਏ। ਜੇ ਆਪਾਂ ਨਿਤਨੇਮ ਕਰਦੇ ਹਾਂ, ਪੂਰਨ ਤੌਰ 'ਤੇ ਹਰ ਰੋਜ਼ ਨਿਤਨੇਮ ਕਰਨਾ ਚਾਹੀਦਾ। ਜੇ ਸਾਡੇ ਵਿੱਚ ਕੋਈ ਕਮੀ ਪੇਸ਼ੀ ਹੈ ਤੇ ਗੁਰੂ ਕੇ ਸ਼ਰਨ ਵਿੱਚ ਆ ਕੇ ਗੁਰੂ ਦੇ ਕੋਲੋਂ ਨਾਮ ਪ੍ਰਾਪਤ ਕਰਨਾ ਚਾਹੀਦਾ, ਕਿਉਂਕਿ ਜੋ ਅਗਿਆਨ ਭਰਮ ਹੈ ਇਹ ਨਾਮ ਦੁਆਰਾ ਦੂਰ ਹੋਣਾ ਹੈ ਤੇ ਨਾਮ ਦੀ ਦਾਤ ਗੁਰੂ ਦੇ ਕੋਲੋਂ ਪ੍ਰਾਪਤ ਹੁੰਦੀ ਹੈ। ਸਤਿਗੁਰਾਂ ਨੇ ਗੁਰਬਾਣੀ ਅੰਦਰ ਕਹਿ ਦਿੱਤਾ, ਬਿਨ ਸਤਿਗੁਰ ਨਾਮ ਨਾ ਪਾਈਐ ਭਾਈ, ਬਿਨ ਨਾਵੈ ਭਰਮ ਨ ਜਾਏ। ਅਗਿਆਨ ਭਰਮ ਜਿਹੜਾ ਨਾਮ ਤੋਂ ਬਗੈਰ ਦੂਰ ਨਹੀਂ ਹੁੰਦਾ ਤੇ ਨਾਮ ਜਿਹੜਾ ਗੁਰੂ ਤੋਂ ਪ੍ਰਾਪਤ ਹੁੰਦਾ। ਮੈਂ 2 ਮਿੰਟ ਲੈਣੇ, ਸਮਾਂ ਮੇਰਾ ਹੋ ਚੁੱਕਾ। ਕਈ ਵਾਰੀ ਆਪਾਂ, ਕਿਉਂਕਿ ਇਹਨਾਂ ਸਮਾਗਮਾਂ ਵਿੱਚ ਇਹੀ ਲਾਹਾ ਹੁੰਦਾ ਕੋਈ ਨਾ ਕੋਈ ਆਪਾਂ ਸਾਡੇ ਵਿੱਚ ਤਬਦੀਲੀ ਆਵੇ। ਜਿਨ੍ਹਾਂ ਗੁਰੂ ਪਿਆਰਿਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਉਹਨਾਂ ਨੂੰ ਆਪਣੇ ਹੀ ਭਲੇ ਵਾਸਤੇ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਜ਼ਰੂਰ ਛਕਣਾ ਚਾਹੀਦਾ ਔਰ ਗੁਰੂ ਵਾਲੇ ਬਣ ਜਾਣਾ ਚਾਹੀਦਾ। ਗੁਰਬਾਣੀ ਦਾ ਅਟਲ ਫੈਸਲਾ ਹੈ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਆਨ ਕਰ ਪ੍ਰਗਟ ਆਖ ਸੁਣਾਇਆ। ਤੇ ਕਹਿ ਦਿੱਤਾ, ਮਤ ਕੋ ਭਰਮ ਭੁਲੈ ਸੰਸਾਰ, ਗੁਰ ਬਿਨ ਕੋਏ ਨਾ ਉਤਰਸ ਪਾਰ। ਅੱਜ ਤੱਕ ਗੁਰੂ ਵਾਲਾ ਬਣੇ ਤੋਂ ਬਗੈਰ ਕਿਸੇ ਦਾ ਨਾ ਪਾਰ ਉਤਾਰਾ ਹੋਇਆ, ਨਾ ਪਾਰ ਉਤਾਰਾ ਹੋਣਾ ਹੀ ਹੈ। ਇਸ ਕਰਕੇ ਆਪਾਂ ਨੂੰ ਗੁਰੂ ਵਾਲੇ ਬਣ ਜਾਣਾ ਚਾਹੀਦਾ। ਨਾ ਬਣਾਂਗੇ ਤੇ ਫਿਰ ਕੀ ਹੋਵੇਗਾ? ਜਮ ਜਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦਿਸ ਲੰਮੇ ਦਾ ਧਾਰਨੀ ਬਣ ਜਾਂਦਾ ਮਨੁੱਖ। ਤੇ ਕਈ ਵਾਰੀ ਆਪਾਂ ਇਹ ਵੀ ਕਿੰਤੂ ਕਰ ਲੈਂਦੇ ਆ, ਜੇ ਆਪਾਂ ਗੁਰੂ ਵਾਲੇ ਬਣਾਂਗੇ ਤਾਂ ਗੁਰੂ ਸਾਨੂੰ ਕੀ ਦੇਵੇਗਾ? ਜੋ ਗੁਰੂ ਦਾਤਾਂ ਦਿੰਦਾ ਉਹ ਸੰਸਾਰ ਦਾ ਕੋਈ ਵੀ ਰਾਜਾ ਮਹਾਰਾਜਾ ਅਮੀਰ ਵਜ਼ੀਰ ਜਿਹੜਾ ਉਹ ਦੇ ਨਹੀਂ ਸਕਦਾ। ਔਰ ਬਾਬਾ ਨਾਮਦੇਵ ਜੀ ਨੇ, ਬਾਬਾ ਕਬੀਰ ਜੀ ਨੇ ਕਹਿ ਦਿੱਤਾ, ਉਹ ਅਮੋਲਕ ਹੀਰਿਆਂ ਨਾਲੋਂ ਵੀ ਕੀਮਤੀ ਵਸਤੂ ਗੁਰੂ ਦਿੰਦਾ ਹੈ ਜਿਹਨੂੰ ਨਿਰਮੋਲਕ ਲਿਖਣਾ ਕੀਤਾ। ਕਹਿੰਦੇ ਇਹ ਜਿਹੜਾ ਨਾਮ ਹੈ ਜਿਹਦੇ ਨਾਲ ਅਗਿਆਨ ਭਰਮ ਦੂਰ ਹੋਣਾ, ਇਹ ਸੋਨੇ ਚਾਂਦੀ ਦੇ ਹੀਰੇ ਜਵਾਹਰਾਂ ਤੇ ਵਜ਼ਾਨਾਂ ਵਿੱਚ ਪ੍ਰਾਪਤ ਨਹੀਂ ਹੋ ਸਕਦਾ। ਕੰਚਨ ਸਿਉ ਪਾਈਆ ਨਹੀਂ ਤੋਲ, ਕਿਵੇਂ ਮਿਲਦਾ ਮਨ ਦੇ ਰਾਮ ਲਿਆ ਹੈ ਮੋਲ। ਜਦੋਂ ਗੁਰੂ ਕਾ ਸਿੱਖ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਓ ਪਾਈਏ ਦਾ ਧਾਰਨੀ ਮਨ ਨੂੰ ਬਣਾ ਲੈਂਦਾ। ਫਿਰ ਗੁਰੂ ਤੋਂ ਉੱਠ ਕੇ ਇਹਨੂੰ ਕੀ ਦਿੰਦਾ? ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਗੁਰਮੰਤ ਦੇ ਰੂਪ ਵਿੱਚ ਇਸ ਨੂੰ ਉਹ ਨਾਮ ਦਿੰਦਾ ਜਿਹਦਾ ਸੰਸਾਰ ਦੇ ਵਿੱਚ ਕੋਈ ਮੁੱਲ ਨਹੀਂ ਪਾ ਸਕਦਾ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਕਹਿ ਦਿੱਤਾ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾ ਸੇ ਨਾਨਕ ਹਰ ਰੰਗ ਮਾਣ ਦੋ। ਨਾਮੈ ਕੀ ਕੀਮਤ ਮਿਤ ਕਹੀ ਨਾ ਜਾਏ। ਨਾਮ ਦੀ ਕੀਮਤ ਨਾ ਕੋਈ ਅੱਜ ਤੱਕ ਪਾ ਸਕਿਆ, ਨਾ ਪਾ ਹੀ ਸਕੇਗਾ। ਕੇਵਲ ਨਾਮ ਦੀ ਵਿਆਖਿਆ ਕੀਤੀ ਜਾ ਸਕਦੀ ਹੈ
ਨਾਮ ਨਾਮ ਦੇ ਪ੍ਰਥਾਏ ਕੋਈ ਕਥਾ ਕੀਤੀ ਜਾ ਸਕਦੀ ਆ, ਨਾ ਦਰਸਾਇਆ ਜਾ ਸਕਦਾ। ਬਸ ਕੇਵਲ ਨਾਮ ਨੂੰ ਜਪ ਕੇ ਨਾਮ ਦਾ ਰਸ ਤੇ ਰੰਗ ਮਾਣਿਆ ਜਾ ਸਕਦਾ ਹੈ। ਤਾਂ ਤੇ ਇਸੇ ਪ੍ਰਕਾਰ ਜਿਹਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ, ਫਿਰ ਨੂੰ ਵਸਤਾ ਕੀ ਮਿਲਦੀਆਂ? ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਸਾਰੀਆਂ ਇਛਾਵਾਂ ਉਹਦੀਆਂ ਪੂਰੀਆਂ ਹੋ ਜਾਂਦੀਆਂ, ਪ੍ਰਭੂ ਮਿਲਣ ਦੀ ਚਾਲਨਾ ਵੀ ਪੂਰੀ ਹੋ ਜਾਂਦੀ ਹੈ, ਦੁਨਿਆਵੀ ਖਾਸ਼ਾਂ ਵੀ ਪੂਰੀਆਂ ਹੋ ਜਾਂਦੀਆਂ, ਔਰ ਦੁਬਿਧਾ ਬੁਲਾ ਜਾਂਦੀ ਹੈ। ਫਿਰ ਕੀ ਹੁੰਦਾ ਹੈ? ਅਲੰਕਾਰ ਮਿਲ ਥਾਲੀ ਹੋਈ ਹੈ, ਤਾਤੇ ਕਨਕ ਬਖਾਨੀ। ਫਿਰ ਅਵਸਥਾ ਕੀ ਮਿਲਦੀ ਹੈ? ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਦ ਬਾਣੀ, ਕਹੋ ਨਾਨਕ ਨਿਹਚਲ ਕਰ ਬਾਂਧਿਓ ਗੁਰ ਕੀਓ ਬੰਧਾਨੀ। ਹੁਣ ਆਪਾਂ ਕਹਿੰਦੇ ਮਨ ਨਹੀਂ ਟਿਕਦਾ, ਫਿਰ ਮਨ ਕਿਤੇ ਭਜਦਾ ਨਹੀਂਗਾ, ਹਮੇਸ਼ਾ ਗੁਰੂ ਦੇ ਨਾਲ ਜੁੜਿਆ ਰਹਿੰਦਾ। ਫਿਰ ਉਹਦੀ ਅਵਸਥਾ ਬਣ ਜਾਂਦੀ ਆ, ਆਖਾਂ ਜੀਵਾਂ ਬਿਸਰੈ ਮਰ ਜਾਓ। ਹੁਣ ਸਭ ਤੋਂ ਪਹਿਲਾਂ ਆਖਣ ਔਖਾ ਸਾਚਾ ਨਾਉ। ਜਿਹੜਾ ਇਹ ਹੱਡ ਦੇ ਨਾਲ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕਰਦਾ, ਫਿਰ ਉਹਦਾ ਜੀਵਨ ਦਾ ਆਧਾਰ ਬਣ ਜਾਂਦਾ। ਮੈਂ ਗੁਰਬਾਣੀ ਆਧਾਰ ਹਾਂ, ਗੁਰਬਾਣੀ ਲਾਗ ਰਹਾਓ। ਗੁਰੂ ਕੀ ਬਾਣੀ ਪੜ੍ਹੋ, ਪਰਮਾਤਮਾ ਦਾ ਨਾਮ ਜਪੋ, ਇੱਕੋ ਹੀ ਕਰਮ ਕਰਦੇ ਆ। ਔਰ ਗੁਰੂ ਕੀ ਬਾਣੀ ਪੜ੍ਹਨ ਦੇ ਨਾਲ ਕੀ ਮਿਲਦਾ? ਸਤਿਗੁਰੂ ਗੁਰੂ ਅਰਜਨ ਦੇਵ ਜੀ ਜਿਹੜੇ ਗੁਰਬਾਣੀ ਦੇ ਰਚੈਤਾ ਸਨ, ਉਹਨਾਂ ਨੇ ਕਹਿ ਦਿੱਤਾ ਕਿ ਇਹ ਅਸੀਂ ਗੁਰੂ ਕੀ ਬਾਣੀ ਹੈ, ਇਹ ਅੰਮ੍ਰਿਤ ਦੀਆਂ ਧਾਰਾਂ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਇਹ ਬਾਣੀ ਪੜ੍ਹਨ ਦੇ ਨਾਲ ਕੀ ਮਿਲਦਾ? ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ, ਪ੍ਰਮਾਤਮਾ ਦੀ ਸ਼ੋਭ ਪ੍ਰਾਪਤ ਹੋ ਜਾਂਦੀ ਹੈ, ਖੁਸ਼ੀਆਂ ਖੇੜੇ ਆਨੰਦ ਮੰਗਲ ਮਿਲ ਜਾਂਦੇ ਆ, ਔਰ ਪ੍ਰਮਾਤਮਾ ਦੇ ਰੰਗ ਵਿੱਚ ਆਤਮਾ ਰੰਗੀ ਜਾਂਦੀ ਹੈ। ਔਰ ਖਿੰਦ ਰਾਮ ਗੁਰਗਮ ਹਰਦਮ ਨਹਿ ਜਮ। ਜੋ ਥੋੜ੍ਹਾ ਸਮਾਂ ਵੀ ਪ੍ਰਮਾਤਮਾ ਦੀ ਬਾਣੀ ਨੂੰ ਪੜ੍ਹਦਾ, ਉਹਦੀ ਪ੍ਰਮਾਤਮਾ 'ਚ ਵਿਗਮਤਾ ਹੋ ਜਾਂਦੀ ਹੈ। ਜੋ ਸਦਾ ਗੁਰੂ ਕੀ ਬਾਣੀ ਦੇ ਨਾਲ ਜੁੜਿਆ ਰਹਿੰਦਾ, ਉਹਦੇ ਨੇੜੇ ਜਮ ਨਹੀਂ ਆ ਸਕਦੇ। ਕੰਠ ਨਾਨਕ ਔਰ ਹਾਰੀ ਰੇ। ਸੋ ਇਸ ਕਰਕੇ ਮੈਂ ਗੁਰਬਾਣੀ ਆਧਾਰ ਹਾਂ, ਗੁਰਬਾਣੀ ਲਾਗ ਰਹਾਓ। ਗੁਰਬਾਣੀ ਸੁਣਨ ਦੇ ਨਾਲ ਤੇ ਪੜ੍ਹਨ ਨਾਲ ਵੀ ਮਨ ਪਵਿੱਤਰ ਹੁੰਦਾ, ਪਰਮਾਤਮਾ ਦਾ ਨਾਮ ਜਪਣ ਦੇ ਨਾਲ ਵੀ ਮਨ ਪਵਿੱਤਰ ਹੁੰਦਾ। ਗੁਰਬਾਣੀ ਸੁਣ ਮੈਲ ਗਵਾਵਣਿਆ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ। ਸਾਰੀ ਉਮਰ ਮਹਾਂਪੁਰਖਾਂ ਨੇ ਪ੍ਰਮਾਤਮਾ ਦੇ ਨਾਮ ਦਾ ਛੱਟਾ ਦਿੱਤਾ। ਜਿਨ੍ਹਾਂ ਵਡਾ ਭਾਗੀਆਂ ਦੇ ਭਾਗਾਂ ਵਿੱਚ ਸੀ, ਉਹਨਾਂ ਨੇ ਉਹਨਾਂ ਦੇ ਕੋਲੋਂ ਲਾਹਾ ਪ੍ਰਾਪਤ ਕਰਕੇ ਆਪਣਾ ਲੋਕ ਸੁਖੀ ਪਰਲੋਕ ਸੁਹੇਲਾ ਕੀਤਾ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਨਾਨਕ ਮੂਏ ਨ ਆਖੀਐ ਜੇ ਗੁਰ ਕਾ ਸ਼ਬਦ ਰਚਨ। ਜੋ ਗੁਰੂ ਦੇ ਸ਼ਬਦ ਵਿੱਚ ਇੱਕ ਮਿਕ ਹੋ ਜਾਂਦੇ ਆ, ਉਹ ਨਾ ਉਹ ਮਰੈ ਨਾ ਠਾਗੇ ਜਾਏ। ਉਹ ਕਦੀ ਵੀ ਮਰਦੇ ਨਹੀਂ, ਸਦਾ ਵਾਸਤੇ ਪ੍ਰਮਾਤਮਾ ਦਾ ਰੂਪ ਬਣ ਜਾਂਦੇ ਆ। ਔਰ ਜਿਹੜਾ ਉਹਨਾਂ ਦੇ ਪਾਏ ਹੋਏ ਪੱਗ ਚਿੰਨ੍ਹਾਂ ਉੱਤੇ ਚੱਲਦਾ ਹੈ, ਉਹ ਵੀ ਸਦਾ ਵਾਸਤੇ ਅਮਰ ਹੋ ਜਾਂਦਾ। ਸੋ ਇਹ ਸਮਾਗਮ ਤਾਦੀ ਸਫਲ ਹੈ, ਆਪਾਂ ਕੋਈ ਨਾ ਕੋਈ ਔਗਣ ਛੱਡੀਏ, ਕੋਈ ਗ੍ਰਹਿਣ ਕਰੀਏ ਗੁਣ, ਔਰ ਗੁਰੂ ਵਾਲੇ ਬਣੀਏ। ਜਿਹੜੇ ਘੱਟੋ ਘੱਟ ਬਾਣੀ ਨਹੀਂ ਪੜ੍ਹਦੇ, ਉਹਨਾਂ ਨੂੰ ਆਪਣੇ ਭਲੇ ਵਾਸਤੇ ਘੱਟੋ ਘੱਟ ਜਪਜੀ ਸਾਹਿਬ ਸਵੇਰੇ ਸ਼ਾਮ ਨੂੰ ਸੋਦਰ ਦਾ ਪਾਠ ਜ਼ਰੂਰ ਕਰਨਾ ਚਾਹੀਦਾ। ਆਰਾਮ ਕਰਨ ਤੋਂ ਬਾਅਦ ਪਹਿਲਾਂ ਸੋਹਿਲੇ ਦਾ ਪਾਠ ਕਰਨਾ ਚਾਹੀਦਾ। ਘਰਾਂ ਦੇ ਕਲਾ ਕਲੇਸ਼ ਵੀ ਮੁੱਕ ਜਾਣਗੇ, ਸੁੱਖ ਸ਼ਾਂਤੀ ਵੀ ਹੋਵੇਗੀ, ਘਰਾਂ ਦੇ ਕੰਮਾਂ ਕਾਰਾਂ ਵਿੱਚ ਬਰਕਤ ਵੀ ਪਵੇਗੀ। ਇਹ ਦਾਤਾਂ ਤਦ ਮਿਲਣਗੀਆਂ ਨਿਰਾ ਗੱਲਾਂ ਬਾਤਾਂ ਨਾਲ ਨਹੀਂ, ਜਦੋਂ ਆਪਾਂ ਗੁਰੂ ਕੀ ਬਾਣੀ ਦੇ ਨਾਲ ਜੁੜਾਂਗੇ, ਮਹਾਂਪੁਰਖਾਂ ਦੇ ਉਪਦੇਸ਼ ਨੂੰ ਧਾਰਨ ਕਰਾਂਗੇ, ਗੁਰੂ ਵਾਲੇ ਬਣਾਂਗੇ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਾਂਗੇ, ਔਰ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਜਦੋਂ ਵੀ ਸਾਨੂੰ ਵਿਹਲ ਮਿਲਦਾ, 2 ਮਿੰਟ ਦਾ ਵਿਹਲ ਮਿਲਦਾ, ਵਾਹਿਗੁਰੂ ਗੁਰਮੰਤਰ ਦਾ ਮੂਲ ਮੰਤਰ ਦਾ ਜਾਪ ਕਰਕੇ ਉਹਨੂੰ ਸਫਲਾ ਕਰ ਲਈਏ, ਫਿਰ ਸਾਡਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਭਾਈ ਜਗਤਾਰ ਸਿੰਘ ਜੀ ਅਤੇ ਆਪ ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪ ਸਮੂਹ ਸੰਗਤਾਂ ਦੇ ਦਰਸ਼ਨ ਕਰਨ ਦਾ ਅਤੇ ਮਹਾਂਪੁਰਖਾਂ ਦੀ ਵਰਸੀ ਦੇ ਸੰਬੰਧ ਵਿੱਚ ਜੋ ਸਮਾਗਮ ਰਚਿਆ, ਉਹਦੇ ਵਿੱਚ ਹਾਜ਼ਰੀ ਲਵਾਉਣ ਦਾ ਇਹ ਸੁਭਾਗ ਪ੍ਰਦਾਨ ਕੀਤਾ। ਸਮੂਹ ਜਿੱਥੇ ਸਤਿਗੁਰੂ ਦਾ ਕੋਟਾਨ ਕੋਟ ਧੰਨਵਾਦ
ਆਪ ਸਮੂਹ ਸੰਗਤਾਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।